ਔਰ ਲਿਖਿਆ ਵਚਨ ਦੇ ਵਿੱਚ ਕਿ ਜਦੋਂ ਯੂਸਫ ਦਾ ਵਿਰੋਧ ਹੋਣਾ ਸਟਾਰਟ ਹੋਇਆ, ਉਸ ਘਰ ਦੇ ਵਿੱਚ ਇੱਕੋ ਹੀ ਘਰ ਹੈ, ਇੱਕੋ ਹੀ ਪਿਤਾ, ਔਰ ਇੱਕੋ ਹੀ ਜਗ੍ਹਾ ਜਿੱਥੇ ਉਹਦਾ ਵਿਰੋਧ ਹੋ ਰਿਹਾ, ਇੱਕੋ ਹੀ ਜਗ੍ਹਾ ਜਿੱਥੇ ਪਿਆਰ ਪਿਆਰ ਮਿਲ ਰਿਹਾ। ਯੂਸਫ ਨੂੰ ਇਸ ਘਰ ਦੇ ਵਿੱਚ ਦੋਨੋਂ ਚੀਜ਼ਾਂ ਮਿਲਦੀਆਂ ਨੇ, ਪਿਆਰ ਵੀ ਮਿਲ ਰਿਹਾ ਤੇ ਨਫ਼ਰਤ ਵੀ ਮਿਲ ਰਹੀ ਹੈ। ਲੇਕਿਨ ਯੂਸਫ ਨੇ ਨਫ਼ਰਤ ਵੱਲ ਨਹੀਂ ਵੇਖਿਆ, ਉਹਨੇ ਸਿਰਫ ਵੇਖਿਆ ਪਿਆਰ ਦੇ ਵੱਲ ਵੇਖਿਆ, ਉਹਨੇ ਮੁਹੱਬਤ ਦੇ ਵੱਲ ਵੇਖਿਆ, ਉਹਨੇ ਪਿਤਾ ਦੇ ਵੱਲ ਦੇਖਿਆ ਔਰ ਪਰਮੇਸ਼ਰ ਵੱਲ ਵੇਖਿਆ। ਸਾਡੀ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਔਰ ਮੁਹੱਬਤ ਔਰ ਵਿਰੋਧ। ਜੇ ਸਾਡੀ ਜ਼ਿੰਦਗੀ 'ਚ ਇਕੱਲਾ ਮੁਹੱਬਤ ਹੈ, ਇਕੱਲਾ ਪਿਆਰ ਹੈ, ਤੇ ਸਾਡੀ ਜ਼ਿੰਦਗੀ 'ਚ ਵਿਰੋਧ ਨਹੀਂ ਆ, ਤਾਂ ਅਸੀਂ ਪਰਮੇਸ਼ਰ ਵੱਲੋਂ ਨਹੀਂ ਠਹਿਰਾਏ ਗਏ। ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਕਿ ਜਿੰਨਾ ਚਿਰ ਸਾਡਾ ਵਿਰੋਧ ਨਹੀਂ ਹੁੰਦਾ, ਉਹਨਾਂ ਚਿਰ ਸਾਡੀ ਕਾਮਯਾਬੀ ਨਹੀਂ ਹੋ ਸਕਦੀ। ਕਿਉਂਕਿ ਇਸਰਾਏਲੀਆਂ ਦਾ ਜਿੱਥੇ ਜਿੱਥੇ ਵਿਰੋਧ ਕੀਤਾ ਗਿਆ, ਜਿੱਥੇ ਜਿੱਥੇ ਉਹਨਾਂ ਦਾ ਵਿਰੋਧ ਕਰਨ ਤੋਂ ਬਾਅਦ ਉਹਨਾਂ ਦੇ ਕੁੱਟ ਮਾਰਨਾ ਕੀਤੀ ਗਈ, ਲਿਖਿਆ ਕਿ ਉਹਨਾਂ ਜਦੋਂ ਨਹੀਂ ਵਧੇ। ਜਦੋਂ ਇਸਰਾਏਲੀ ਨੂੰ ਅਸੀਂ ਦੇਖਦੇ ਹਾਂ ਕਿ ਜਦੋਂ ਮਿਸਰ ਦੇ ਵਿੱਚ 70 ਜਣੇ ਐਂਟਰੀ ਕੀਤੇ, ਲੱਖਾਂ ਦੀ ਗਿਣਤੀ 'ਚ ਜਦੋਂ ਲੋਕ ਵੱਧ ਗਏ, ਤਾਂ ਵਧਣ ਦਾ ਕਾਰਨ ਕੀ ਸੀਗਾ? ਕਿਉਂਕਿ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਸੀਗਾ। ਔਰ ਲਿਖਿਆ ਬਾਈਬਲ ਦੇ ਵਿੱਚ ਜਦੋਂ ਯੂਸਫ ਨੇ ਇੱਕ ਸੁਪਨਾ ਵੇਖਿਆ, ਔਰ ਸੁਪਨਾ ਵੇਖਣ ਤੋਂ ਬਾਅਦ ਆਪਣੇ ਭਰਾਵਾਂ ਨੂੰ ਕਿਹਾ, ਕਹਿੰਦਾ ਵੇਖੋ ਮੈਂ ਇੱਕ ਰਾਤੀ ਸੁਪਨਾ ਵੇਖਿਆ, ਇੱਕ ਦਰਸ਼ਨ ਵੇਖਿਆ ਕਿ ਆਪਾਂ ਖੇਤ ਵਿੱਚ ਕੰਮ ਕਰ ਰਹੇ ਹਾਂ, ਤੁਹਾਡੀਆਂ 11 ਭਰੀਆਂ ਨੇ ਔਰ ਮੇਰੀ ਭਰੀ ਜਿਹੜੀ ਹੈਗੀ ਆ ਉਹ ਖੜੀ ਹੋ ਗਈ, ਤੇ ਤੁਹਾਡੀਆਂ 11 ਭਰੀਆਂ ਨੇ ਮੇਰੀ ਭਰੀ ਨੂੰ ਮੱਥਾ ਟੇਕਿਆ। ਜਾਣੀ ਜਿਹੜਾ ਦਰਸ਼ਨ ਆਇਆ ਸੀ ਯੂਸਫ ਨੂੰ, ਉਹ ਪਰਮੇਸ਼ਰ ਦੀ ਵੱਲੋਂ ਸੀ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਔਰ ਉਹ ਜਗ੍ਹਾ ਦੇ ਵਿੱਚ ਬਹੁਤ ਸਾਰਾ ਅਕਾਲ ਪੈਣਾ ਸੀਗਾ, ਬਹੁਤ ਸਾਰੀ ਮੁਸੀਬਤ ਆਉਣੀ ਸੀਗੀ। ਇਸ ਲਈ ਪਰਮੇਸ਼ਵਰ ਨੇ ਉਸ ਟਾਈਮ ਦੇ ਵਿੱਚ ਯੂਸਫ ਨੂੰ ਕਰ ਦਿੱਤਾ, ਚੰਟ ਕਰ ਦਿੱਤਾ, ਔਰ ਯੂਸਫ ਨੂੰ ਆਪਣਾ ਦਰਸ਼ਨ ਦਿੱਤਾ ਪਰਮੇਸ਼ਵਰ ਨੇ ਕਿ ਜਿੰਨਾ ਵੀ ਲੋਕ ਤੇਰਾ ਵਿਰੋਧ ਕਰਨਗੇ, ਇਹੀ ਲੋਕ ਤੇਰੇ ਸਾਹਮਣੇ ਆ ਕੇ ਝੁਕਣਗੇ, ਇਹੀ ਲੋਕ ਤੇਰੇ ਸਾਹਮਣੇ ਆ ਕੇ ਮੱਥਾ ਟੇਕਣਗੇ। ਦਾ ਮਤਲਬ ਯੂਸਫ ਨਹੀਂ ਸਮਝਦਾ ਸੀ, ਲੇਕਿਨ ਪਰਮੇਸ਼ਵਰ ਨੇ ਉਹਦਾ ਦਰਸ਼ਨ ਜਿਹੜਾ ਦਿਖਾਇਆ ਸੀਗਾ, ਉਹ ਸੇਮ ਇਸੇ ਤਰ੍ਹਾਂ ਸੀ ਜਿੱਦਾਂ ਮੈਂ ਤੁਹਾਨੂੰ ਕਹਿ ਕੇ ਹਟਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਯੂਸਫ ਦਾ ਜਿਹੜੇ ਲੋਕ ਵਿਰੋਧ ਕਰਦੇ ਸੀਗੇ, ਉਹਨਾਂ ਲੋਕਾਂ ਨੂੰ ਪਰਮੇਸ਼ਵਰ ਨੇ ਦਰਸ਼ਨਾਂ ਦੇ ਰਾਹੀਂ ਉਹਦੇ ਅਧੀਨ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਦੱਸਿਆ ਕਿ ਇਹੀ ਲੋਕ ਤੇਰਾ ਜਿਹੜਾ ਵਿਰੋਧ ਕਰਦੇ ਆ, ਇਹ ਤੇਰੇ ਸਾਹਮਣੇ ਝੁਕਣਗੇ। ਮੇਰੇ ਪ੍ਰਿਯੋ, ਹਮੇਸ਼ਾ ਲਈ ਤੁਸੀਂ ਨੋਟ ਕੀਤਾ ਹੋਏਗਾ ਕਿ ਜਿੰਨੇ ਵੀ ਲੋਕ ਤੁਹਾਡਾ ਵਿਰੋਧ ਕਰਦੇ ਨੇ, ਉਹੀ ਲੋਕ ਜਦੋਂ ਅਸੀਂ ਬਚਨ ਦੇ ਅਨੁਸਾਰ ਬਣੇ ਰਹਿੰਦੇ ਆ। ਸਾਨੂੰ ਜ਼ਰੂਰਤ ਹੈ ਕਿ ਜਦੋਂ ਸਾਡਾ ਵਿਰੋਧ ਹੁੰਦਾ ਹੈ, ਅਸੀਂ ਹਲੀਮੀ ਦੇ ਵਿੱਚ ਜਾਣਾ, ਅਸੀਂ ਉਹਨਾਂ ਵਾਸਤੇ ਪ੍ਰਾਰਥਨਾਵਾਂ ਕਰਨੀ, ਅਸੀਂ ਉਹਨਾਂ ਨੂੰ ਮਾਫ ਕਰਨਾ। ਬਾਈਬਲ 'ਚ ਲਿਖਿਆ ਕਿ ਜਦੋਂ ਅਸੀਂ ਰੋਮੇ ਦੀ ਕਿਤਾਬ ਪੜ੍ਹਦੇ ਹਾਂ ਔਰ 12 ਦੀ ਔਰ 17 ਆਇਤ ਦੇ ਵਿੱਚ ਉੱਥੇ ਲਿਖਿਆ, ਬੁਰਾਈ ਦੇ ਬਦਲੇ ਕਿਸੇ ਨਾਲ ਬੁਰਾਈ ਨਾ ਕਰੋ, ਉਲਟੇ ਅਸੀਸ ਦਿਓ। ਕਿਉਂਕਿ ਬੁਰਾਈ ਦੇ ਲਈ ਨਹੀਂ ਸੱਦੇ ਗਏ, ਜਦੋਂ ਅਸੀਂ ਉਲਟੇ ਅਸੀਸ ਦਿੰਦੇ ਆ, ਪਰਮੇਸ਼ਵਰ ਸਾਡੀ ਜੰਗ ਲੜਦੇ ਆ, ਪਰਮੇਸ਼ਵਰ ਸਾਡੇ ਵਿਰੋਧ ਕਰਨ ਵਾਲੇ ਲੋਕਾਂ ਦੇ ਮੂੰਹ ਬੰਦ ਕਰਦੇ ਆ। ਔਰ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਵਚਨ ਦੇ ਅਨੁਸਾਰ ਚੱਲਦੇ ਆ, ਔਰ ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਜੇਕਰ ਤੁਹਾਡਾ ਵਿਰੋਧ ਹੁੰਦਾ ਹੈ, ਤਾਂ ਤੁਹਾਡੀ ਕਾਮਯਾਬੀ ਦੀ ਇੱਕ ਨਿਸ਼ਾਨੀ ਹੈ। ਅਗਰ ਅੱਜ ਤੁਹਾਡਾ ਬੁਰਾ ਕਰਦਾ ਕੋਈ, ਤਾਂ ਤੁਹਾਡੀ ਕਾਮਯਾਬੀ ਦੀ ਨਿਸ਼ਾਨੀ ਹੈ। ਅੱਜ ਤੋਂ ਬਾਅਦ, ਇਸ ਵਚਨ ਤੋਂ ਬਾਅਦ ਯੂਸਫ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ। ਔਰ ਯੂਸਫ ਨੂੰ ਤੁਸੀਂ ਜਦੋਂ ਪੜ੍ਹੋਗੇ 37 ਤੋਂ ਲੈ ਕੇ 40 ਤੱਕ, ਔਰ ਸਾਰਾ ਕਲੀਅਰ ਕੀਤਾ ਗਿਆ ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਔਰ ਕਿਸ ਤਰ੍ਹਾਂ ਦਾ ਵਿਰੋਧ ਕੀਤਾ ਗਿਆ। ਯੂਸਫ ਦੀ ਕਹਾਣੀ ਸਾਨੂੰ ਕੀ ਕਰਦੀ ਹੈ? ਇੱਕ ਚੰਡ ਕਰਦੀ ਹੈ, ਇੱਕ ਆਉਣ ਵਾਲੇ ਸਮੇਂ ਦਾ ਹਵਾਲਾ ਦਿੰਦੀ ਹੈ, ਇੱਕ ਵਿਰੋਧ ਦੇ ਬਾਰੇ ਸਾਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ 'ਚ ਵਿਰੋਧ ਸਹਿੰਦੇ ਹੋਏ ਪਰਮੇਸ਼ਵਰ ਨੂੰ ਗ੍ਰਹਿਣ ਕਰਕੇ ਔਰ ਪਰਮੇਸ਼ਵਰ ਵਿੱਚ ਅੱਗੇ ਦੌੜਦਾ ਜਾਣਾ। ਕਈ ਵਾਰੀ ਚਰਚਾਂ ਵਿੱਚ ਕੀ ਹੁੰਦਾ, ਕਈ ਵਾਰੀ ਸਾਡੀ ਮਿਨਿਸਟਰੀਆਂ ਵਿੱਚ ਕੀ ਹੁੰਦਾ, ਜਾਂ ਸਾਡੀ ਜ਼ਿੰਦਗੀ 'ਚ ਕੀ ਹੁੰਦਾ ਕਿ ਜਦੋਂ ਪਰਮੇਸ਼ਵਰ ਸਾਨੂੰ ਚੁਣਦੇ ਆ, ਪਰਮੇਸ਼ਵਰ ਸਾਨੂੰ ਗ੍ਰਹਿਣ ਕਰਦੇ ਆ, ਪਰਮੇਸ਼ਵਰ ਸਵੀਕਾਰ ਕਰਦੇ ਆ, ਤੇ ਸਾਡਾ ਵਿਰੋਧ ਹੋਣਾ ਸਟਾਰਟ ਹੋ ਜਾਂਦਾ। ਔਰ ਜਿੱਥੇ ਜਿੱਥੇ ਵਿਰੋਧ ਕੀਤਾ ਗਿਆ, ਉਹ ਲੋਕ ਉੱਚੇ ਕੀਤੇ ਗਏ। ਜਦੋਂ ਆਪਾਂ ਦਾਨੀਏਲ ਨੂੰ ਦੇਖਦੇ ਹਾਂ, ਦਾਨੀਏਲ ਦਾ ਕਿੰਨਾ ਵਿਰੋਧ ਕੀਤਾ ਗਿਆ। ਬਾਈਬਲ 'ਚ ਲਿਖਿਆ ਜਿਹੜੇ ਲੋਕਾਂ ਨੇ ਦਾਨੀਏਲ ਨੂੰ ਘੋਰਨੇ ਵਿੱਚ ਛੁੱਟਿਆ ਸੀਗਾ, ਸ਼ੇਰਾਂ ਦੇ ਘੋਰਨੇ ਵਿੱਚ ਛੁੱਟਿਆ ਸੀਗਾ, ਉਹੀ ਬੰਦੇ ਸ਼ੇਰਾਂ ਦੇ ਸਾਹਮਣੇ ਛੁੱਟੇ ਗਏ। ਉਸ ਤੋਂ ਬਾਅਦ ਦੇ ਵਿੱਚ ਆਪਾਂ ਜਦੋਂ ਮਾਰਦਕਾਈ ਨੂੰ ਦੇਖਦੇ ਹਾਂ, ਆਪਾਂ ਅਸਤਰ ਨੂੰ ਦੇਖਦੇ ਹਾਂ, ਆਪਾਂ ਜਦੋਂ ਪੂਰਾ ਪਲਾਨ ਬਣਾ ਲਿਆ ਸੀ, ਜਿਹੜੇ ਬੰਦੇ ਨੇ ਸੂਲੀ ਬਣਾਈ ਸੀਗੀ, ਤੇ ਉਹੀ ਬੰਦਾ ਸੂਲੀ ਉੱਪਰ ਚਾੜਿਆ ਗਿਆ। ਫਿਰ ਅਸੀਂ ਸਾਦਰਕ, ਮੇਸ਼ਕ ਤੇ ਅਬਦਨਗੋ ਨੂੰ ਦੇਖਦੇ ਹਾਂ ਕਿ ਸਾਦਰਕ, ਮੇਸ਼ਕ ਤੇ ਅਬਦਨਗੋ ਦਾ ਵਿਰੋਧ ਕੀਤਾ ਗਿਆ। ਰਾਜੇ ਨੇ ਕਿਹਾ ਕਿ ਜੇਕਰ ਤੁਸੀਂ ਮੇਰੀ ਮੂਰਤ ਨੂੰ ਮੱਥਾ ਨਹੀਂ ਟੇਕੋਗੇ, ਤਾਂ ਤੁਸੀਂ ਬਲ ਦੀ ਭੱਠੀ ਵਿੱਚ ਛੁੱਟੇ ਜਾਓਗੇ। ਬਾਈਬਲ 'ਚ ਲਿਖਿਆ ਕਿ ਜਦੋਂ ਪਰਮੇਸ਼ਵਰ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖਿਆ, ਵਿਰੋਧ ਨੂੰ ਵੇਖਿਆ, ਉਹ ਵਿਰੋਧ ਵਿੱਚ ਵੀ ਪਰਮੇਸ਼ਵਰ ਨਾਲ ਚੱਲੇ। ਮਾਇਨੇ ਇਹ ਨਹੀਂ ਰੱਖਦਾ ਕਿ ਤੁਸੀਂ ਆਨੰਦ ਨਾਲ ਪਰਮੇਸ਼ਵਰ ਨਾਲ ਚੱਲ ਰਹੇ ਹੋ, ਕਿ ਤੁਸੀਂ ਖੁਸ਼ੀ ਨਾਲ ਪਰਮੇਸ਼ਵਰ ਨਾਲ ਚੱਲ ਰਹੇ ਹੋ। ਤੁਸੀਂ ਆਨੰਦ ਉਹ ਵੱਖਰਾ ਉਦੋਂ ਸਵਾਦ ਆਉਂਦਾ ਹੈ ਕਿ ਜਦੋਂ ਸਾਡਾ ਵਿਰੋਧ ਕੀਤਾ ਜਾਂਦਾ। ਜਿੰਨਾ ਵੀ ਤੁਸੀਂ ਦੇਖੋਗੇ, ਪੌਲਸ ਦਾ ਵਿਰੋਧ ਕੀਤਾ ਗਿਆ, ਯਿਸੂ ਮਸੀਹ ਦਾ ਵਿਰੋਧ ਕੀਤਾ ਗਿਆ। ਤੁਰ ਤੋਂ ਹੀ ਲੈ ਕੇ ਜਦੋਂ ਬਾਈਬਲ ਨੂੰ ਅਸੀਂ ਪੜ੍ਹਦੇ ਹਾਂ,
ਐਂਡ ਤੱਕ ਸਾਰਾ ਕੁਝ ਸਾਨੂੰ ਬਾਈਬਲ ਬਿਆਨ ਕਰਦੀ ਹੈ ਕਿ ਜਿਹੜੇ ਬੰਦੇ ਅੱਗੇ ਵਧੇ ਔਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਿਆਰ ਕੀਤਾ, ਪਰਮੇਸ਼ਰ ਨੂੰ ਪ੍ਰੇਮ ਕੀਤਾ, ਉਹਨਾਂ ਲੋਕਾਂ ਨਾਲ ਵਿਰੋਧ ਕੀਤਾ ਗਿਆ। ਮੇਰੇ ਪ੍ਰਿਯੋ, ਇਹ ਨਿਸ਼ਾਨੀ ਹੈ, ਜੇਕਰ ਪਰਮੇਸ਼ਰ ਤੁਹਾਨੂੰ ਪਿਆਰ ਕਰੇਗਾ ਤੁਹਾਡਾ ਵਿਰੋਧ ਹੋਏਗਾ। ਵਿਰੋਧ ਦੇ ਵਿੱਚ ਇੱਕ ਚੀਜ਼ ਨੋਟ ਰੱਖਣੀ ਹੈ ਕਿ ਜਦੋਂ ਤੁਹਾਡਾ ਵਿਰੋਧ ਹੋਵੇ ਉਸ ਟਾਈਮ ਦੇ ਵਿੱਚ ਆਪ ਖੁਦਾ ਨਾਲ ਜ਼ਿਆਦਾ ਵੱਧਦੇ ਜਾਓ, ਪਰਮੇਸ਼ਵਰ ਦੇ ਨਾਲ ਜ਼ਿਆਦਾ ਰਿਲੇਸ਼ਨ ਬਣਾਉਂਦੇ ਜਾਓ, ਰੋਜ਼ ਪ੍ਰੇਅਰ 'ਚ ਜਾਓ, ਸੁਬਾਹ ਸ਼ਾਮ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ, ਪਰਮੇਸ਼ਰ ਨੂੰ ਬੋਲੋ। ਬਾਈਬਲ 'ਚ ਲਿਖਿਆ ਮਨੁੱਖ ਦੇ ਵੈਰੀ ਉਹਦੇ ਘਰ ਦੇ ਹੀ ਹੋਣਗੇ। ਜਿਸ ਤਰ੍ਹਾਂ ਯੂਸੁਫ ਦੇ ਉਹਦੇ ਵੈਰੀ ਜਿਹੜੇ ਹੈਗੇ ਸੀਗੇ ਉਹਦੇ ਘਰ ਦੇ ਸੀਗੇ, ਬਾਹਰਲੇ ਨਹੀਂ ਸੀਗੇ, ਉਹਦੇ ਘਰ ਦੇ ਵਿਰੋਧੀ ਸੀਗੇ, ਕਿਉਂਕਿ ਉਹਦੇ ਭਰਾ ਜਿਹੜੇ ਹੈਗੇ ਸੀ ਵਿਰੋਧੀ ਸੀ। ਕਿਉਂ ਵਿਰੋਧ ਕਰਦੇ ਸੀ? ਕਿਉਂਕਿ ਉਹਦਾ ਪਿਤਾ ਜਿਹੜਾ ਉਹਦਾ ਯਾਕੂਬ ਬਾਪ ਸੀ ਉਹਦਾ, ਉਹ ਸਾਰੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਪਿਆਰ ਕਰਨ ਦਾ ਮਤਲਬ ਕੀ ਸੀ ਕਿ ਯੂਸੁਫ ਆਪਣੇ ਪਿਤਾ ਦੇ ਅਧੀਨ ਸੀਗਾ, ਯੂਸੁਫ ਆਪਣੇ ਪਿਤਾ ਦੀ ਆਗਿਆਕਾਰੀ ਵਿੱਚ ਰਹਿੰਦਾ ਸੀਗਾ। ਔਰ ਜਦੋਂ ਯੂਸੁਫ ਨੇ ਦਰਸ਼ਨ ਵੇਖਿਆ ਕਿ ਆਪਾਂ ਖੇਤ ਵਿੱਚ ਕੰਮ ਕਰਦੇ ਆ ਔਰ ਖੇਤ 'ਚ ਕੰਮ ਕਰਦੇ ਕਰਦੇ ਜਿਹੜੀ ਮੇਰੀ ਭਰੀ ਆ ਉਹ ਖੜੀ ਹੋ ਗਈ ਇੱਕੋ ਲਗਤ। ਯੂਸੁਫ ਦੱਸ ਰਿਹਾ ਆਪਣੇ ਭਰਾਵਾਂ ਨੂੰ ਦਰਸ਼ਨ, ਕਹਿੰਦਾ ਜਿਹੜੀ ਮੇਰੀ ਭਰੀ ਸੀਗੀ ਉਹ ਖੜੀ ਹੋ ਗਈ, ਤੁਹਾਡੀਆਂ 11 ਭਰੀਆਂ ਨੇ ਆ ਕੇ ਤੇ ਮੇਰੀ ਭਰੀ ਨੂੰ ਕੀ ਕੀਤਾ? ਮੱਥਾ ਟੇਕਿਆ। ਆਮੀਨ। ਮੇਰੀ ਭਰੀ ਨੂੰ ਮੱਥਾ ਟੇਕਿਆ, ਲਿਖਿਆ ਬਾਈਬਲ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਅੱਛਾ ਉਹਦੇ ਭਰਾ ਕਹਿੰਦੇ ਅੱਛਾ ਇਹ ਤਾਂ ਮਤਲਬ ਹੈਗਾ ਵੀ ਹੁਣ ਇਹਦਾ ਮਤਲਬ ਵੀ ਅਸੀਂ ਹੁਣ ਤੈਨੂੰ ਮੱਥਾ ਟੇਕਾਂਗੇ ਆਉਣ ਵਾਲੇ ਸਮੇਂ 'ਚ, ਇਹਦਾ ਮਤਲਬ ਤੂੰ ਸਾਡਾ ਨਿਆਈ ਬਣੇਗਾ, ਇਹਦਾ ਮਤਲਬ ਤੂੰ ਸਾਡਾ ਆਗੂਆ ਬਣੇਗਾ। ਲੇਕਿਨ ਉਹ ਲੋਕ ਨਹੀਂ ਜਾਣਦੇ ਸੀਗੇ, ਪਰਮੇਸ਼ਰ ਜਾਣਦਾ ਸੀਗਾ। ਉਸ ਤੋਂ ਬਾਅਦ ਉਹ ਪਹਿਲੀ ਵਿਰੋਧ ਕਰਦੇ ਸੀ, ਜੋ ਦੁਬਾਰਾ ਦਰਸ਼ਨ ਵੇਖਿਆ, ਦੁਬਾਰਾ ਦਰਸ਼ਨ ਉਹਨਾਂ ਨੇ ਸੁਣਿਆ, ਉਹ ਫਿਰ ਹੋਰ ਵਿਰੋਧ ਵਿੱਚ ਵੱਧ ਗਏ। ਉਸ ਤੋਂ ਬਾਅਦ ਫਿਰ ਯੂਸੁਫ ਨੇ ਇੱਕ ਦਰਸ਼ਨ ਵੇਖਿਆ ਔਰ ਆਪਣੇ ਭਰਾਵਾਂ ਨੂੰ ਕਿਹਾ, ਕਹਿੰਦਾ ਵੀ ਚੰਦ ਨੇ ਤੇ ਸੂਰਜ ਨੇ, ਜਾਣੀ ਮੇਰੇ ਬਾਪ ਨੇ, ਮੇਰੀ ਮਾਂ ਨੇ। ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਚੰਦ ਸੂਰਜ ਹੈ ਉਹਦੇ ਮਾਂ-ਬਾਪ ਨੂੰ ਦਰਸਾਉਂਦਾ ਹੈ। ਫਿਰ ਯੂਸੁਫ ਨੇ ਦਰਸ਼ਨ ਵੇਖਿਆ, ਕਹਿੰਦਾ ਚੰਦ ਨੇ ਤੇ ਸੂਰਜ ਨੇ ਤੇ 11 ਤਾਰਿਆਂ ਨੇ ਆ ਕੇ ਮੈਨੂੰ ਮੱਥਾ ਟੇਕਿਆ। ਤੇ ਉਸ ਟਾਈਮ ਦੇ ਵਿੱਚ ਫਿਰ ਉਹਨਾਂ ਨੇ ਵਿਰੋਧ ਕੀਤਾ, ਕਹਿੰਦੇ ਅੱਛਾ ਇਹਦਾ ਮਤਲਬ ਹੈ ਵੀ ਤੂੰ ਸਾਨੂੰ ਆਪਣੇ ਅਧੀਨ ਕਰੇਗਾ, ਇਹਦਾ ਮਤਲਬ ਤੂੰ ਸਾਡਾ ਹੁਣ ਰਾਖਾ ਬਣੇਗਾ, ਇਹਦਾ ਮਤਲਬ ਹੁਣ ਤੂੰ ਸਾਡਾ ਆਗੂਆ ਬਣੇਗਾ। ਲੇਕਿਨ ਬਾਈਬਲ 'ਚ ਲਿਖਿਆ ਯਾਕੂਬ ਨੇ ਯੂਸੁਫ ਨੂੰ ਝਿੜਕਿਆ, ਜਾਣੀ ਆਪਣੇ ਬੇਟੇ ਨੂੰ ਝਿੜਕਿਆ। ਲੇਕਿਨ ਉਸ ਟਾਈਮ ਦੇ ਵਿੱਚ ਯਾਕੂਬ ਨੇ, ਉਹਦੇ ਪਿਤਾ ਨੇ ਗੱਲ ਚੇਤੇ ਰੱਖੀ ਵੀ ਜਿਹੜਾ ਯੂਸੁਫ ਨੂੰ ਦਰਸ਼ਨ ਆਇਆ ਇਹਦਾ ਕੋਈ ਮਤਲਬ ਹੈ। ਉਸ ਟਾਈਮ ਦੇ ਵਿੱਚ ਉਹਦੇ ਭਰਾ ਨਹੀਂ ਸਮਝੇ, ਉਹਦਾ ਪਿਓ ਸਮਝ ਗਿਆ, ਉਹਦੀ ਮਾਤਾ ਸਮਝ ਗਈ। ਔਰ ਯੂਸੁਫ ਨਿਆਣਾ ਸੀ, ਉਹਨੂੰ ਕੋਈ ਦਰਸ਼ਨ ਬਾਰੇ ਪਤਾ ਨਹੀਂ ਸੀ।